इन्हीं दिनी लोक सभा चोणां विच सब दीआं नज़रां श्री खडूर साहिब की सीट ते लगियां होईयां ने, क्योंकि श्री खडूर साहिब तो जसवंत सिंह खालड़ा की पत्नी बीबी परमजीत कौर खालड़ा चोण लड़ रहे ने। कौन ने भाई जसवंत सिंह खालड़ा ते किवें दा प्रचार करदे सन, लोकां दे लई उन्हां दे मन विच दर्द क्यों सी, ये सारी दास्तान उन्हां दे भरा रजिंदर सिंह खालड़ा वल्लों सुनाई गई है। ये जो वीडियो तुहानूं दिखाउण जा रहे हां, ये अप्रैल 2018 की है ਅਤੇ ਇਸ ਨੂੰ USA ਵਿੱਚ ਸਾਡੇ ਪੱਤਰਕਾਰ ਹਰਪਾਲ ਸਿੰਘ ਸੁਨਾਮ ਵੱਲੋਂ ਰਿਕਾਰਡ ਕੀਤਾ ਗਿਆ। ਸੋ ਤੁਸੀਂ ਵੀ ਸੁਣੋ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਉਹਨਾਂ ਦੇ ਭਰਾ ਭਾਈ ਰਜਿੰਦਰ ਸਿੰਘ ਖਾਲੜਾ ਪਾਸੋਂ। ਜਸਵੰਤ ਸਿੰਘ ਖਾਲੜਾ 1952 ਚ 1952 ਆਪਣੇ ਖਾਲੜਾ ਪਿੰਡ ਜੋ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਉੱਥੇ ਪੈਦਾ ਹੋਏ। मेरे तो 2 साल छोटा सी। हौली हौली ग्रो अप हुए and the things I remember what he used to say, बस इन्ना की तुहाडे नाल विचार साझे करने आ। बाकी तुहानूं सारिआं नूं पता है कि what he done, how he did and what the results were। अहीं हौली हौली जदों वड्डे हुंदे 5 साल 6 साल 7 साल 8 साल होए ਤੇ ਅਸੀਂ ਬਾਹਰ ਜਾਂਦੇ ਹੁੰਦੇ ਸੀ ਖੇਤਾਂ 'ਚ, ਉੱਥੋਂ ਪੱਠੇ ਲੈ ਕੇ ਆਉਣੇ। ਸਾਡੇ ਪਿਤਾ ਜੀ ਨਾਲ ਹੁੰਦੇ ਸੀ ਤੇ ਅੱਜ ਵੀ ਉਹ ਚੀਜ਼ ਮੈਨੂੰ ਯਾਦ ਆਉਂਦੀ ਹੈ ਤੇ ਆਈ ਥਿੰਕ ਕਿ ਸਮਥਿੰਗ ਮਸਟ ਬੀ ਗੋਇੰਗ ਔਨ ਉਦੋਂ ਬਚਪਨ ਤੋਂ ਹੀ ਉਹਦੇ ਅੰਦਰ। ਐਂਡ ਆਈ ਰਿਮੈਂਬਰ ਆਸਕਿੰਗ ਹਿਸ ਫਾਦਰ ਕਿ ਆਪਣਾ ਪਿੰਡ ਖਾਲੜਾ, ਇਸ ਦੇ ਵਿੱਚ ਅੱਜ ਤੱਕ ਕੋਈ ਸ਼ਹੀਦ ਹੀ ਨਹੀਂ ਹੋਇਆ, ਜਦੋਂ ਕਿ ਆਪਣੇ ਆਲੇ ਦੁਆਲੇ ਦੇ ਪਿੰਡਾਂ 'ਚ ਜੇ ਤੁਹਾਨੂੰ ਪਤਾ ਹੋਵੇ ਵਾਂ ਭਾਈ ਤਾਰੂ ਜੀ, ਸ਼ੀਨਾ ਬਿਧੀ ਚੰਦ, ਭਾਈ ਬਿਧੀ ਚੰਦ ਜੀ, ਆਪਣੇ ਭਾਈ ਪੂਲਾ ਤਾਰਾ ਸਿੰਘ ਜੀ, ਪਊਵਿੰਡ ਬਾਬਾ ਦੀਪ ਸਿੰਘ ਜੀ ਸ਼ਹੀਦ। ਗੱਲ ਕੀ ਵੀ ਉਸ ਏਰੀਏ ਦੇ ਵਿੱਚ ਮਹਿਤਾਬ ਸਿੰਘ, ਸੁੱਖਾ ਸਿੰਘ, ਜਿੰਨੇ ਵੀ ਤੁਸੀਂ ਸ਼ਹੀਦਾਂ ਦੇ ਨਾਂ ਲੈ ਸਕਦੇ ਜੇ, ਉਹ ਸਾਡੇ ਆਲੇ ਦੁਆਲੇ 3 4 5 ਮੀਲ ਦੇ ਸਰਕਲ 'ਚ ਪੈਦਾ ਹੋਏ। इसका की जवाब दिता जा सकता। और मैनू अज भी चेता है कि पिता जी ने कहा कि अपने पिंड च कोई भी महान शख्सियत पैदा नहीं हुई ते इस करके कोई शहीदी नहीं हो सकती। बस इन्ना एक जवाब सी ते उस वेले तुहानूं कोई पता नहीं हुंदा क्यों आखे गए। हो सकता है कई बार अं समझते हैं बच्चे के मन च गल आई, पर मेरे ख्याल ये उदों तो ही उसके अंदर ये जज्बात, ये ख्याल उदों तो शुरू से। फिर ज्यों ज्यों ग्रो होंदे उत्थे बाजार सीगा अपने पिंडां दे विच, जिथे बिजनेसमैन बिजनेस करते हैं, उन्हां वेलिਆਂ च खंड ते खादां दी बड़ी किल्लत हुंदी सी। सिस्ट अपने परमिटां उत्ते मिलदियां होंदियां सी चीज़ां। ਤੇ ਜਿਹੜਾ ਬਿਜ਼ਨਸਮੈਨ ਸੀ, ਇੱਕ ਗੱਲ ਮੈਂ ਜ਼ਰੂਰ ਇਹ ਕਲੀਅਰ ਕਰਨੀ ਚਾਹੁੰਦਾ ਹੈ, ਆਪਾਂ ਉਹਨਾਂ ਨੂੰ ਹਿੰਦੂ ਕਹਿ ਕੇ ਜਾਂ ਕੁਝ ਵੀ ਕਹਿ ਕੇ ਤੇ ਸਾਰੇ ਮਸਲੇ ਨੂੰ ਇੱਕ ਪਾਸੇ ਚੁੱਕ ਕੇ ਦੂਜੇ ਪਾਸੇ ਸੁੱਟ ਦਿੰਦੇ ਆ, ਜਿਹਦਾ ਫਿਰ ਬਾਅਦ ਦੇ ਵਿੱਚ ਕੋਈ ਵੀ ਹੱਲ ਨਹੀਂ ਮਿਲਦਾ। ਇੱਕ ਬਿਜ਼ਨਸਮੈਨ ਜਿਹੜਾ ਕਿ ਸਮਗਲਿੰਗ ਬਲੈਕ ਕਰਦਾ ਸੀ, ਉਹ ਉਸ ਖੰਡ ਨੂੰ, ਉਸ ਖਾਦ ਨੂੰ ਲੌਕਅਪ ਕਰਕੇ ਉਹਨੂੰ ਚੋਰੀ ਵੇਚਦਾ ਸੀ। ਜਸਵੰਤ ਸਿੰਘ, ਮੈਨੂੰ ਪਤਾ ਹੈ ਉਦੋਂ ਸਿਰਫ 12 13 14 ਸਾਲ ਦੇ ਹੁੰਦੇ ਸੀ। ਇਹਨਾਂ ਨੇ ਜਾ ਕੇ ਸਕੂਲ ਦੇ ਮੁੰਡਿਆਂ ਨੂੰ ਨਾਲ ਲੈ ਕੇ ਉਹ ਜਿੰਦਰੇ ਤੋੜਨੇ ਪਿੰਡ ਚੋਂ, ਔਰ ਉਹ ਖਾਦ, ਉਹ ਖੰਡ ਪੁਲਿਸ ਵਾਲੇ ਨੂੰ ਕਹਿ ਕੇ ਉੱਥੇ ਖਿਲਾਰ ਕੇ ਉਸ ਰੇਟ ਦੇ ਉੱਤੇ ਵੇਚਦੇ, ਲੇਕਿਨ ਪੈਸੇ ਸਾਰੇ ਫਿਰ ਉਹਨਾਂ ਨੂੰ ਦੇ। ਸੋ ਇਹ ਬ੍ਰਿਤੀ ਉਹਦੀ ਮੂੰਹ ਤੋਂ ਚੜ੍ਹਦੀ ਹੈ। ਫਿਰ ਉਹ ਕਾਲਜ ਗਿਆ, ਉੱਥੇ ਵੀ ਸਟੂਡੈਂਟ ਯੂਨੀਅਨਾਂ ਦੇ ਵਿੱਚ ਉਹਨੇ ਕੰਮ ਕੀਤਾ। ਉਦੋਂ ਬਾਅਦ ਹੌਲੀ ਹੌਲੀ ਈਵਨ ਨਕਸਲਾਈਟ ਮੂਵਮੈਂਟ ਚੱਲੀ, ਉਹਦੇ ਵਿੱਚ ਵੀ ਉਹਨੇ ਹੱਕ ਦੀ ਆਵਾਜ਼ ਉਠਾਈ, ਅੰਡਰਗਰਾਊਂਡ ਵੀ ਰਿਹਾ। ਫਿਰ ਸਾਡੇ ਉੱਤੇ ਅਣਮਨੁੱਖੀ ਤਸ਼ੱਦਦ ਹੋਇਆ, ਉਸ ਚੀਜ਼ ਦੀ ਉਸਨੇ ਆਵਾਜ਼ ਉਠਾਈ। ਇੱਕ ਹਿਊਮਨ ਰਾਈਟਸ, ਉਸਨੇ ਇਹ ਗੱਲ ਇਹ ਨਹੀਂ ਕਹੀ ਕਿ ਪੁਲਿਸ ਵਾਲੇ ਮਰਦੇ ਆ ਤੇ ਅਸੀਂ ਖੁਸ਼ ਹੁੰਦੇ ਆ, नहीं। हिंदू मरदा है तो असीं खुश होंदे आ, नहीं। जे सिख मरदा तो सानू दुख हुंदा है, नहीं। उन्हें कहा पंजाब दे विच इस धरती दे उत्ते
कोई भी चीज बेइंसाफी है, चाहे वो किसी नाल भी है, ਅਸੀਂ ਉਸ ਦਾ ਵਿਰੋਧ ਕਰਾਂਗੇ। ਜਿੱਥੇ ਪੁਲਿਸ ਵਾਲਾ ਮਾਰਿਆ ਗਿਆ ਉਹਨੇ ਉਸ ਦੀ ਵੀ ਤਫਤੀਸ਼ ਲਈ ਕਿਹਾ, ਜਿੱਥੇ ਹਿੰਦੂ ਮਾਰਿਆ ਗਿਆ ਉਸ ਦੀ ਵੀ ਤਫਤੀਸ਼ ਲਈ ਉਹਨੇ ਕਿਹਾ, ਜਿੱਥੇ ਸਿੱਖ ਸ਼ਹੀਦ ਹੋਇਆ ਉਸ ਦੀ ਵੀ ਤਫਤੀਸ਼ ਲਈ ਕਿਹਾ। ਸੋ ਇੱਕ ਗੁਰਬਾਣੀ ਤੋਂ ਸੇਧ ਲੈ ਕੇ, ਗੁਰੂਆਂ ਦੀ ਸੇਧ ਤੋਂ ਉਸਨੇ ਇੱਕ ਅਸਲੀ ਤਰੀਕੇ ਦੇ ਨਾਲ ਜੋ ਸਾਨੂੰ ਗੁਰਬਾਣੀ ਸਿਖਾਉਂਦੀ ਆ ਉਹਦੇ ਹਿਸਾਬ ਨਾਲ ਆਪਣਾ ਕੰਮ ਕੀਤਾ। ਉਸ ਵਕਤ ਉਹਦੇ ਮਨ 'ਚ ਹੋਰ ਕੁਛ ਨਹੀਂ ਸੀ। ਬੜੇ ਬੜੇ ਪਹਿਲੂ ਆਏ, ਕਈਆਂ ਨੇ ਉਹਨੂੰ ਕਿਹਾ ਸਾਡੀ ਪਾਰਟੀ ਜੁਆਇਨ ਕਰ, ਕਈਆਂ ਨੇ ਕਿਹਾ ਇੱਧਰ ਕਰ। ਉਹਨੇ ਕਿਹਾ ਮੇਰਾ ਕੋਈ ਕੰਮ ਪਾਰਟੀਆਂ ਨਾਲ ਨਹੀਂ, ਇੱਕ ਸਿਰਫ ਤੇ ਸਿਰਫ ਇੱਕ ਜਸਟਿਸ ਸਿਸਟਮ ਚਾਹੀਦਾ ਜਿਹੜਾ ਕਿ ਸਾਡੇ ਤੇ ਜੋ ਵੀ ਕ੍ਰੋਧ ਜਾਂ ਪਾਪ ਕਰਦਾ ਹੈ ਉਹਦਾ ਫੈਸਲਾ ਜਿਹੜਾ ਉਹ ਸਹੀ ਹੋਣਾ ਚਾਹੀਦਾ। ਗਰੋ ਅਪ ਹੁੰਦੇ ਹੁੰਦੇ ਮੂਵਮੈਂਟ ਚੱਲੀ, ਉਹਦੇ ਵਿੱਚ ਉਹਨੇ ਆਪਣਾ ਪੂਰਾ ਯੋਗਦਾਨ ਪਾਇਆ। ਇੱਕ ਚੀਜ਼ ਜਿਹੜੀ ਮੈਂ ਕਲੀਅਰ ਕਰਨੀ ਚਾਹੁੰਦਾ ਔਰ ਬੜੇ ਮਾਣ ਨਾਲ, ਔਰ ਅਗਰ ਕਿਸੇ ਨੂੰ ਇਹਦੇ ਉੱਤੇ ਕਿੰਤੂ ਪਰੰਤੂ ਵੀ ਆ ਕਿ ਜੋ ਵੀ ਕੇਸ ਦੇ ਉੱਤੇ ਪੈਸਾ ਲਾਇਆ ਗਿਆ ਅੱਜ ਤੱਕ ਕਿਸੇ ਤੋਂ ਇੱਕ ਪੈਨੀ ਨਹੀਂ ਮੰਗੀ ਗਈ। ਜੇ ਕਿਸੇ ਨੇ ਲਈ ਹੈ ਉਹ ਸਾਡੇ ਨੌਲੇਜ ਤੋਂ ਬਾਹਰ ਹੈ। ਅਸੀਂ 3 ਭਰਾ, ਇੰਗਲੈਂਡ ਦੇ ਵਿੱਚ 2, ਇੱਕ ਆਸਟਰੀਆ 'ਚ ਰਹਿੰਦੇ ਹਾਂ। ਜੇ ਕਿਸੇ ਨੂੰ ਅਸੀਂ ਚੈਲੰਜ ਕਰਕੇ ਵੀ ਕਹਿ ਦਿੰਦੇ ਹਾਂ ਕਿ ਜੇ ਕਿਸੇ ਨੂੰ ਇੱਕ ਪੈਨੀ ਦਾ ਵੀ ਪਤਾ ਹੋਵੇ ਕਿ ਅਸੀਂ ਕਿਸੇ ਤੋਂ ਲਿਆ ਹੋਵੇ ਜਾਂ ਮੰਗਿਆ ਹੋਵੇ, ਕਿਉਂਕਿ ਜਸਵੰਤ ਜਦੋਂ ਆਪਣੇ ਕੈਨੇਡਾ ਆਇਆ ਸੀ, ਉੱਥੇ ਉਹਨੇ ਜਦੋਂ ਪਹਿਲਾ ਆਪਣਾ ਭਾਸ਼ਣ ਦਿੱਤਾ ਤੇ ਉੱਥੇ ਬੜੇ ਮੇਰੇ ਵੀਰਾਂ ਨੇ, ਸਿੱਖਾਂ ਨੇ ਕਿਹਾ ਵੀ ਜਿੰਨੀ ਵੀ ਤੈਨੂੰ ਪੈਸੇ ਦੀ ਮਾਇਆ ਦੀ ਜ਼ਰੂਰਤ ਆ ਅਸੀਂ ਮਦਦ ਕਰਾਂਗੇ, ਯੂ ਸ਼ੁਡ ਟੇਕ ਦਿਸ ਕੋਜ਼। ਉਹਨੇ ਕਿਹਾ ਇਹ ਕੋਜ਼ ਪੈਸੇ ਨਾਲ ਨਹੀਂ ਹੱਲ ਹੋਏਗਾ, ਪੈਸਾ ਜਿਹੜਾ ਹੈ ਉਹ ਸਾਡੇ ਦੇ ਵਿੱਚ ਇੱਕ ਦੁਸ਼ਮਣੀ ਪੈਦਾ ਕਰਦਾ ਹੈ, ਇਸ ਕਰਕੇ ਮੈਨੂੰ ਤੁਹਾਡੀ ਮੋਰਲ ਸਪੋਰਟ ਚਾਹੀਦੀ। ਉਸ ਚੀਜ਼ ਨੂੰ ਅਸੀਂ ਲੈ ਕੇ ਕਿ ਅਗਰ ਅਸੀਂ ਉਸ ਦੇ ਨਾਲ, ਉਸ ਦੇ ਸੱਚੇ ਭਾਗੀਵਾਲ ਹਾਂ ਤੇ ਫਿਰ ਅਸੀਂ ਉਸ ਦੇ ਸੂਲਾਂ ਤੇ ਖੜੇ ਹੋਵਾਂਗੇ, ਨਹੀਂ ਤਾਂ ਅਸੀਂ ਨਹੀਂ ਪਾਪੀ ਹੋਵਾਂਗੇ। ਇੰਨਾ ਹੀ ਨਹੀਂ, ਭਾਈ ਰਜਿੰਦਰ ਸਿੰਘ ਖਾਲੜਾ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੇ ਪਰਿਵਾਰ ਬਾਰੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ। ਉਸ ਸਪੀਚ ਦੇ ਵਿੱਚ ਉਹਨੇ ਇੱਥੋਂ ਤੱਕ ਵੀ ਕਿਹਾ ਕਿ ਸਿੱਖ ਧਰਮ ਇਜ਼ ਅ ਡਿਫੈਂਡਰ ਫॉर ਦੀ ਵੀਕ देयर ਰਾਈਟਸ। ਪਰ ਅੱਜ ਮੈਨੂੰ ਇਸ ਚੀਜ਼ ਦਾ ਦੁੱਖ ਹੋ ਰਿਹਾ ਹੈ ਕਿ ਇੱਕ ਸਿੱਖ ਤੁਹਾਡੇ ਤੋਂ ਆਪਣੇ ਹੱਕਾਂ ਦੀ ਸੇਫਟੀ ਲਈ, ਆਪਣੇ ਹੱਕਾਂ ਦੀ ਰਖਵਾਲੀ ਲਈ ਤੁਹਾਡੇ ਤੋਂ ਭੀਖ ਮੰਗ ਰਿਹਾ, ਜਿੱਥੇ ਕਿ ਇੱਕ ਸਿੱਖ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਆਪਣਾ ਆਪ ਮਾਰਦਾ। ਇੱਕ ਬੜੇ ਉਸਦੇ ਉੱਚੇ ਸੂਰ ਸੀ। ਸੋ ਆਪਣੇ ਸ਼ਹਿਰ ਤੁਸੀਂ ਜਾਣਦੇ ਹੋ, MP ਸੀਗੀ ਕੈਨੇਡਾ ਦੀ ਕੋਲਿਨ ਫਾਰਮਰ, ਉਹਦੇ ਨਾਲ ਮੇਰੀਆਂ ਕਾਫੀ ਸਾਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੀ। ਐਂਡ ਸ਼ੀ ਸੈਡ ਵਾਂਸ ਕਿ ਜਾਂ ਹੀ ਵਾਜ਼ ਅ ਸੇਂਟ ਔਰ ਹੀ ਵਾਜ਼ ਅ ਵੈਰੀ ਸਟੂਪਿਡ ਮੈਨ। ਕਿਉਂਕਿ ਉਹ ਕਹਿੰਦੀ ਹੈ ਕਿ ਜਦੋਂ ਇੱਥੇ ਆਇਆ ਮੈਂ ਔਰ ਹੋਰ ਪਾਰਲੀਮੈਂਟੇਰੀਅਨਾਂ ਨੇ ਕਿਹਾ ਜਦੋਂ ਤੂੰ ਵਾਪਸ ਜਾਏਗਾ ਤੇਰੀ ਜਾਨ ਨੂੰ ਖਤਰਾ ਹੈ, ਤੂੰ ਇੱਥੇ ਰਹਿ, ਤੈਨੂੰ ਅਸੀਂ ਇੱਥੇ ਪੋਲੀਟੀਕਲ ਸਾਇਲਮ ਦੇਣਾ। ਜੇ ਤੈਨੂੰ ਇਸ ਕਰਕੇ ਤੂੰ ਨਹੀਂ ਲੈਣਾ ਚਾਹੁੰਦਾ ਕਿ ਤੇਰੇ ਬੱਚੇ ਆ, ਅਸੀਂ ਉਹਨਾਂ ਨੂੰ ਵੀ ਇੱਥੇ ਲਿਆ ਕੇ ਸੈੱਟ ਕਰ ਦਿਆਂਗੇ। ਔਰ ਉਹਦਾ ਇੱਕ ਜਵਾਬ ਸੀ ਜਿਹੜਾ ਉਸਨੇ ਖੁਦ ਮੈਨੂੰ ਦੱਸਿਆ, ਉਹ MP ਨੇ, ਕਿ ਉਹ ਕਹਿੰਦਾ ਹੈ ਮੈਂ ਇੱਥੇ ਰਹਿ ਪਾਵਾਂਗਾ, ਮੇਰੇ ਬੱਚੇ ਇੱਥੇ ਆ ਜਾਣਗੇ, ਜਿਹੜੇ ਬੱਚੇ ਉੱਥੇ ਹੋਰ ਰੁਲਦੇ ਫਿਰਦੇ ਆ ਜਾਂ ਜਿਹੜੇ ਸ਼ਹੀਦ, ਉਹਨਾਂ ਦਾ ਕੀ ਕਰੋਗੇ। ਸੋ ਉਸਦੇ ਖਿਆਲ ਇਸ ਤਰ੍ਹਾਂ ਦੇ ਸੀ। ਕੰਮ ਕੀਤਾ, ਚਲੋ ਪ੍ਰਮਾਤਮਾ ਨੇ ਉਸ ਨੂੰ ਇੱਕ ਬਹੁਤ ਉੱਚਾ ਅਹੁਦਾ ਦਿੱਤਾ। ਸਿੱਖ ਸੰਗਤ ਨੇ, ਪੰਥ ਨੇ ਉਹਨੂੰ ਸਿਰਾਂ ਤੇ ਬਿਠਾਇਆ, ਹੱਥਾਂ ਤੇ ਚੁੱਕਿਆ। ਅਸੀਂ ਕੁਛ ਨਹੀਂ ਕੀਤਾ, ਅਸੀਂ ਉਸ ਦੀ ਕਮਾਈ ਦੇ ਵਿੱਚੋਂ ਆਪਣੇ ਆਪ ਦੇ ਉੱਤੇ ਇੱਕ ਮਾਣ ਮਹਿਸੂਸ ਕਰਦੇ ਰਹੇ ਔਰ ਮਹਿਸੂਸ ਕੀਤਾ। ਜਦੋਂ ਉਹ ਚੁੱਕਿਆ ਗਿਆ ਹੈ, ਉਹਨਾਂ ਦੇ ਮਿਸੇਜ ਪਰਮਜੀਤ ਉਦੋਂ ਆਪਣੀ ਡਿਊਟੀ ਤੇ ਗਏ। ਉਸ ਨੂੰ ਪਹਿਲਾਂ ਪਤਾ ਨਹੀਂ ਲੱਗਾ, ਪਹਿਲਾਂ ਸਾਨੂੰ ਪਤਾ ਲੱਗ ਗਿਆ, ਫੋਨ ਆ ਗਿਆ ਕਿ ਉਸ ਨੂੰ ਪੁਲਿਸ ਚੁੱਕ ਕੇ ਲੈ ਗਈ। ਉਸੇ ਵਕਤ ਅਸੀਂ ਉੱਥੇ ਇੰਗਲੈਂਡ ਤੋਂ, ਕਿਉਂਕਿ ਉਸ ਵੇਲੇ ਉਹ ਆਊਟਸਾਈਡ ਦੀ ਕੰਟਰੀ ਸਿਰਫ ਸਾਡੇ ਕੰਟੈਕਟ ਸੀ, ਹੋਰ ਕਿਤੇ ਉਹਨਾਂ ਦਾ ਇੰਨਾ ਨਹੀਂ ਸੀ ਕਿ ਕੋਈ ਉਹਨਾਂ ਦੀ ਗੱਲ ਨੂੰ ਕਰਦਾ। ਅਸੀਂ ਉਸੇ ਵੇਲੇ ਐਵਰੀ ਗਵਰਨਮੈਂਟ ਹੈਡ UNO and
ਕਾਮਨਵੈਲਥ ਸਾਰੇ ਕੰਟਰੀਆਂ ਨੂੰ ਉਸੇ ਵੇਲੇ ਚਿੱਠੀਆਂ ਪੱਤਰ ਕਰਨੇ ਸ਼ੁਰੂ ਕੀਤੇ। ਰਾਤ ਦੇ ਅਸੀਂ 12-12 1-1 ਵਜੇ ਤੱਕ ਉਹਨਾਂ ਦਾ ਕੇਸ ਦੀ ਪੈਰਵਾਈ ਕਰਦੇ ਰਹੇ। ਜਿੰਨੇ ਪੈਸੇ ਲੱਗਦੇ ਰਹੇ ਆਪਣੀ ਜੇਬ ਚੋਂ ਪਿੱਛੇ ਪੈਸੇ ਭੇਜਦੇ ਰਹੇ। ਬੀਬੀ ਪਰਮਜੀਤ ਕੌਰ ਨੂੰ ਜਾ ਕੇ ਪੈਸੇ ਦੇ ਕੇ ਆਉਂਦੇ ਰਹੇ ਤਾਂ ਕਿ ਜਿਹੜੇ ਸਾਡੇ ਉਹਨਾਂ ਦੇ ਦੋਸਤ ਕੇਸ ਲਈ ਭੱਜ ਨੱਠ ਕਰਦੇ ਸਨ ਉਹਨਾਂ ਨੂੰ ਸਹਾਇਤਾ ਮਿਲ ਸਕੇ, ਉਹਨਾਂ ਦੇ ਪੈਟਰੋਲ ਲਈ, ਉਹਨਾਂ ਦੇ ਖਾਣ ਪੀਣ ਲਈ, ਕਿਉਂਕਿ ਵਿਦਆਊਟ ਉਹਨਾਂ ਦੇ ਚੱਲਣ ਫਿਰਨ ਤੋਂ ਅਸੀਂ ਕੇਸ ਨਹੀਂ ਸੀ ਜਿੱਤ ਸਕਦੇ। ਬੱਚੇ ਬਹੁਤ ਛੋਟੇ ਸੀ। ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਇਹਨਾਂ ਦੀ ਇੱਥੇ ਦੇਖਭਾਲ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਪਰਮਜੀਤ ਦੀ, ਸਾਡੀ ਜ਼ਿੰਮੇਵਾਰੀ ਆ ਅਸੀਂ ਇਸ ਕੇਸ ਦੀ ਪੈਰਵਾਈ ਕਰਾਂਗੇ। ਸੋ ਪ੍ਰਮਾਤਮਾ ਨੇ ਜਿੱਦਾਂ ਦੀ ਹਿੰਮਤ ਦਿੱਤੀ ਉਹ ਪੈਰਵਾਈ ਕੀਤੀ ਔਰ ਉਹਦਾ ਫਲਸਰੂਪ ਉਹ ਜਿਹੜੇ ਪੁਲਿਸ ਆਫੀਸਰ ਸੀ ਉਹਨਾਂ ਨੂੰ ਸਜ਼ਾਵਾਂ ਹੋਈਆਂ। ਇੱਕ ਜਿਹੜਾ ਸੀਗਾ ਅਜੀਤ ਸਿੰਘ ਉਹਨੇ ਸੁਸਾਈਡ ਕੀਤਾ ਔਰ ਮੈਨੂੰ ਬੜੇ ਦੁੱਖ ਦੀ ਗੱਲ ਹੈ, ਪਰ ਦੁੱਖ ਵੀ ਨਹੀਂ ਕਿਉਂਕਿ ਇਹ ਜਿਹੜੀਆਂ ਗਵਰਨਮੈਂਟ ਏਜੰਸੀ ਹੁੰਦੀਆਂ ਇਹ ਗੱਲਾਂ ਬਹੁਤ ਫਲਾਉਂਦੀਆਂ ਹੈ। ਉਹਨੇ ਜਦੋਂ ਸੁਸਾਈਡ ਕੀਤਾ ਅਮਰੀਕਾ ਦੀ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਗੱਲਾਂ ਆਈਆਂ ਕਿ ਉਹ ਬੰਦਾ ਸਟਿਲ ਲਾਈਵ ਤੇ ਉੱਦਾਂ ਹੀ ਕਹੇ ਜਾਂਦੇ ਆ ਵੀ ਉਹ ਜੀ ਮਰ ਗਿਆ। ਸੋ ਇਹੋ ਜਿਹੀਆਂ ਚੀਜ਼ਾਂ ਕਿਉਂਕਿ ਲੋਕਾਂ ਦੇ ਵਿੱਚ ਭੁਲੇਖੇ ਪਾਉਣ ਲਈ ਕਿ ਇਹ ਚੀਜ਼ਾਂ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣ, ਲੇਕਿਨ ਉਸ ਬੰਦੇ ਦਾ DNA ਟੈਸਟ ਹੋਏ, ਮੈਡੀਕਲ ਰਿਪੋਰਟ ਹੋਈ, ਉਸ ਬੰਦੇ ਦੇ ਉਸ ਦਾ ਸੰਸਕਾਰ ਕੀਤਾ ਗਿਆ, ਉਸ ਦੀ ਫੈਮਿਲੀ ਨੇ ਉਹਦੇ ਸਾਰਾ ਕੁਝ ਕੀਤਾ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਜਿਹੜੀ ਸਿੱਖ ਕੌਮ ਨੂੰ ਬਹੁਤ ਹੀ ਜ਼ਿਆਦਾ ਅਮਲ ਗੁੱਸੇ ਪਾਏ ਜਾਂਦੇ ਰਹੇ। ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਤੋਂ ਚੁੱਕਿਆ ਗਿਆ 2-3 ਮਹੀਨੇ ਬਾਅਦ ਉਸ ਦੇ ਤਸ਼ੱਦਦ ਦੇ ਨਾਲ ਉਸ ਦੀ ਸ਼ਹੀਦੀ ਜਿਹੜੀ ਆ ਹੋਈ। ਲੇਕਿਨ ਉਸ ਦਾ ਕੀ ਰਿਜ਼ਲਟ ਹੋਇਆ? ਸਿੱਖ ਕੌਮ ਨੇ ਕੀ ਲਰਨ ਕੀਤਾ? ਸਿਰਫ ਰਿਜ਼ਲਟ ਇਹ ਨਿਕਲਿਆ ਗੁਰੂ ਦੀ ਕਿਰਪਾ ਨਾਲ ਉੱਥੇ ਫੇਕ ਐਨਕਾਊਂਟਰ ਸਟਾਪ ਹੋ ਗਏ। KPS ਗਿੱਲ ਵਰਗੇ ਜ਼ਾਲਮ ਬੰਦੇ ਉੱਥੋਂ ਤਬਦੀਲ ਕਰ ਦਿੱਤੇ ਗਏ। ਰਾਸ਼ਟ ਤੋਂ ਬਾਹਰ ਹੋ ਗਿਆ ਕਿ ਅਸੀਂ ਹੁਣ ਜੇ ਕੁਛ ਹੋਰ ਕਰਾਂਗੇ ਤੇ ਸਾਡੀ ਜਿਹੜੀ ਆ ਪੁੱਛਗਿੱਛ ਆ ਹਿਊਮਨ ਰਾਈਟਸ ਹੇਗ ਦੇ ਵਿੱਚ ਵੀ ਸ਼ੁਰੂ ਹੋ ਜਾਏਗੀ। ਅਸੀਂ ਕੀ ਸਿੱਖਿਆ? ਕੁਛ ਨਹੀਂ। ਸਾਡੀ ਕੌਮ ਦੀ ਇੱਕ ਬਦਕਿਸਮਤੀ ਹੈ ਕਿ ਅਸੀਂ ਇੱਕ ਹੀਰੋ ਪੈਦਾ ਕਰਦੇ ਹਾਂ ਔਰ ਉਹਨੂੰ ਇਸ ਪਾਸੇ ਇੱਥੋਂ ਤੱਕ ਲੈ ਜਾਂਦੇ ਹਾਂ ਕਿ ਜਦੋਂ ਉਹ ਜਾਂ ਸ਼ਹੀਦ ਹੋ ਜਾਏ ਜਾਂ ਬਿਲਕੁਲ ਛੱਡ ਜਾਏ, ਉਸ ਤੋਂ ਬਾਅਦ 10 ਸਾਲ ਫਿਰ 20 ਸਾਲ ਫਿਰ ਲਾਉਣੇ ਆ, ਇੱਕ ਹੋਰ ਹੀਰੋ ਪੈਦਾ ਕਰਦੇ ਹਾਂ। ਸੋ ਆਪਾਂ ਉਸੇ ਰੋਟੇਸ਼ਨ ਦੇ ਵਿੱਚ ਤੁਰੇ ਜਾ ਰਹੇ ਹਾਂ, ਲੇਕਿਨ ਆਪਾਂ ਕਦੀ ਨਹੀਂ ਰਿਜ਼ਲਟ ਕੱਢਿਆ ਜਾਂ ਕਦੀ ਨਹੀਂ ਦੇਖਿਆ ਕਿ ਇਹਦਾ ਹੱਲ ਕੀ ਹੋਵੇਗਾ। ਗੁਰੂ ਮਹਾਰਾਜ ਦੇ ਸ਼ਬਦ ਪੜ੍ਹਦੇ ਹਾਂ। ਗੁਰੂ ਮਹਾਰਾਜ ਦੇ ਸ਼ਬਦ ਜਿਹੜਾ ਪਹਿਲਾ ਹਾਸਾ ਹੈ ਉਹ ਸਾਡੇ ਵੱਲੋਂ ਗੁਰੂ ਮਹਾਰਾਜ ਨੂੰ ਇੱਕ ਸਵਾਲ ਹੁੰਦਾ ਹੈ ਔਰ ਦੂਜੇ 'ਚ ਗੁਰੂ ਮਹਾਰਾਜ ਜਵਾਬ ਦਿੰਦਾ। ਇਹ ਮੇਰੇ ਸਾਰੇ ਵੀਰਾਂ ਨੂੰ ਜਿਹੜੇ ਧਰਮ ਦੀ ਸਿੱਖਿਆ ਦਿੰਦੇ ਨੇ ਉਹਨਾਂ ਨੂੰ ਪਤਾ ਹੋਏਗਾ। ਜਸਵੰਤ ਇੱਕ ਗੱਲ ਕਰਦਾ ਹੁੰਦਾ ਸੀ, ਉਹਦਾ ਜਦੋਂ ਵੀ ਉਹਨੇ ਕਹਿਣਾ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੈ, ਔਰ ਉਸ ਤੋਂ ਅੱਗੇ ਉਹ ਆਂਦਾ ਹੀ ਸਟਾਪ, ਕਿਉਂਕਿ ਆਂਦਾ ਹੀ ਅੱਗੇ ਜਿਹੜਾ ਹੈ ਉਦੋਂ ਪੂਰਾ ਹੁੰਦਾ ਹੈ ਜਦੋਂ ਉਹ ਲੜ ਲਵੇ, ਫਿਰ ਉਹ ਸਿਰਫ ਪੁਰਜਾ ਕੱਟੇਗਾ। ਲੇਕਿਨ ਜੇ ਉਹ ਸਿਰਫ ਇਹ ਕਵੇ ਕਿ ਸੂਰਾ ਉਹ ਜੋ ਲੜੇ ਦੀਨ ਕੇ ਹੈ ਤੇ ਅੱਗੋਂ ਲੜੇ ਨਾ, ਤੇ ਸ਼ਬਦ ਦਾ ਪੂਰਤੀ ਨਹੀਂ ਹੁੰਦੀ। ਫਿਰ ਹੋਰ ਵੀ ਸ਼ਬਦ ਕਈ ਉਹ ਐਗਜ਼ਾਮਪਲ ਦਿੰਦਾ ਹੁੰਦਾ ਸੀ, ਦੇਹ ਸ਼ਿਵਾ ਬਰ ਮੋਏ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੂ, ਔਰ ਇਸ ਤੋਂ ਬਾਅਦ ਉਹ ਕਹਿੰਦਾ ਸੀ ਸਟਾਪ, ਕਿਉਂਕਿ ਜਿਹੜਾ ਅੱਗੇ ਸੀ ਉਹ ਤੇ ਤਾਂ ਹੀ ਪਹਿਲਾਂ ਤੇ ਅਰਦਾਸ ਕਰਦੇ ਹਾਂ, ਅਸੀਂ ਮੰਗਦੇ ਹਾਂ ਵੀ ਹੇ ਗੁਰੂ ਦੇਹ ਸ਼ਿਵਾ ਮੋਏ ਸ਼ੁਭ ਕਰਮਨ ਤੇ ਕਬੂ ਨਾ ਕਰੋ, ਤਾਂ ਕਿ ਮੈਂ ਸ਼ੁਭ ਕਰਮਨ ਤੋਂ ਨਾ ਪਿੱਛੇ ਹੋਵਾਂ। ਲੇਕਿਨ ਜੇ ਸ਼ੁਭ ਕਰਮ ਸ਼ੁਰੂ ਹੀ ਨਾ ਕੀਤਾ ਤੇ ਉਹਦੇ ਜਵਾਬ ਦੀ ਤੋਂ ਸ਼ਬਦ ਨੂੰ ਪਹਿਲਾਂ ਹੀ ਖਤਮ ਕਰ ਲਿਆ ਤੇ ਆਪਾਂ ਕਿੱਥੋਂ ਸ਼ੁਰੂ ਕਰਾਂਗੇ ਤੇ ਕਿੱਥੇ ਖਤਮ ਕਰਾਂਗੇ। ਸੋ ਸਿੱਖ ਧਰਮ ਵਿਦਿਆ ਦੀ ਬਹੁਤ ਜ਼ਰੂਰਤ ਹੈ। ਅਸੀਂ ਗੁਰੂ ਮਹਾਰਾਜ ਦੀ ਸਿੱਖਿਆ ਨੂੰ ਇੱਕ ਬੰਦ ਕਰਕੇ ਰੱਖਿਆ ਹੋਇਆ ਹੈ ਔਰ ਉਹ ਸਿੱਖਿਆ ਜਿਹੜੀ ਆ ਉਹ ਲਾਇਬ੍ਰੇਰੀਆਂ ਰਾਹੀਂ
ਧਰਮ ਪ੍ਰਚਾਰ ਰਾਹੀਂ ਇਸ ਤਰ੍ਹਾਂ ਹੀ ਪੂਰਤੀ ਵਿੱਚ ਆ ਸਕਦੀ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਇੱਥੇ ਕਿ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਇੱਕ ਨਵੀਂ ਪਿਰਤ ਪਾਈ ਜਾ ਰਹੀ ਆ, ਜਿਹੜੀ ਕਿ ਇੱਕ ਫੋਟੋਆਂ ਲਾਉਣ ਦੀ ਥਾਂ ਤੇ ਗੁਰੂਆਂ ਦੀਆਂ, ਉਹਨਾਂ ਦੇ ਗੁਰੂਆਂ ਦੇ ਸ਼ਬਦਾਂ ਦੀ ਘਰਾਂ ਦੇ ਵਿੱਚ ਨਮਾਇਸ਼ ਲੱਗੇਗੀ। ਅੰਦਰ ਵੜਦੇ ਬਾਹਰ ਜਾਂਦੇ ਤੁਸੀਂ ਉਹ ਸ਼ਬਦ ਪੜ੍ਹੋਗੇ, ਉਸ ਸ਼ਬਦ ਦੇ ਵਿੱਚੋਂ ਤੁਸੀਂ ਸਿੱਖਿਆ ਲਓਗੇ ਤੇ ਤੁਹਾਡੇ ਸਾਡੇ ਸਾਰਿਆਂ ਦਾ ਜਨਮ ਸਫਲ ਹੋਏਗਾ। ਸੋ ਇਹ ਸੀ ਭਾਈ ਰਜਿੰਦਰ ਸਿੰਘ ਖਾਲੜਾ, ਜਿਨ੍ਹਾਂ ਨੇ ਅਮਰੀਕਾ ਵਿੱਚ ਬੀਤੇ ਬਰੇ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੀਆਂ ਗੱਲਾਂ ਬਾਰੇ ਜਾਣੂ ਕਰਵਾਇਆ ਸੀ। ਵੇਖਣਾ ਹੋਵੇਗਾ ਕਿ ਸ੍ਰੀ ਖਡੂਰ ਸਾਹਿਬ ਤੋਂ ਲੋਕ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਂਦੇ ਨੇ ਜਾਂ ਫਿਰ ਕੋਈ ਹੋਰ ਉਮੀਦਵਾਰ ਇਸ ਚੋਣ ਮੈਦਾਨ ਵਿੱਚੋਂ ਜਿੱਤ ਕੇ ਬਾਹਰ ਆਉਂਦਾ ਹੈ। ਕੈਲੀਫੋਰਨੀਆ ਤੋਂ ਹਰਪਾਲ ਸਿੰਘ ਸੁਨਾਮ, ਪੰਜਾਬੀ ਲੋਕ ਚੈਨਲ।